ਤੁਸੀਂ ਨਾਲ ਨਾਲ ਚੈੱਕ ਕਰ ਲੈਣਾ ਹੈ, ਠੀਕ ਹੈ, सेल्फ चेकिंग करो। फर्स्ट क्वेश्चन वाज गिव द कॉन्फर्मेशनल आइसोमर्स ऑफ साइक्लोहेक्सेन। आप दोनों का स्ट्रक्चर बनाना है, चेयर कॉन्फर्मेशन एंड बोट कॉन्फर्मेशन, ठीक है ना। सो देखो, सो दीज आर द टू कॉन्फर्मेशनल आइसोमर्स ऑफ साइक्लोहेक्सेन, ठीक है। चेयर एंड बोट, विच वन इज मोर स्टेबल एंड वाई? चेयर इज मोर स्टेबल, ठीक है, क्योंकि ये स्टैगर्ड कॉन्फर्मेशन चाहता है और ये एक्लिप्स दे विच। ਇਹਦੇ ਆਪਾਂ ਨੇ ਦੋ ਰੀਜ਼ਨਸ ਦੇਣੇ ਆ। ਪਹਿਲਾਂ ਸੁਣ ਲਓ ਲਿਖਣਾ ਕੀ ਹੈ। ਸੋ ਸਟਰਕਚਰਸ ਬਣਾਣੇ ਆ, ਫਿਰ ਲਿਖਣਾ ਹੈ ਚੇयर इज मोर स्टेबल, वाई। ਇਹਦੇ ਦੋ ਰੀਜ਼ਨਸ ਹੈ ਕਿ ਪਹਿਲਾਂ ਤਾਂ ਜਿਹੜੇ C1 ਤੇ C6 ਵਾਲੇ ਹਾਈਡਰੋਜਨਸ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਫਲੈਗਪੋਲ ਹਾਈਡਰੋਜਨਸ, ਉਹ ਇੱਥੇ ਕਾਫੀ ਪਾਸ ਹੁੰਦੇ ਨੇ ਵੈਨ ਡਰ ਵਾਲਸ ਰੇਡੀਆਈ ਤੋਂ ਨੇੜੇ, ਜਿਹਦੇ ਕਰਕੇ ਰਿਪਲਸ਼ਨਸ ਹੁੰਦੀਆਂ। ਇੱਥੇ ਦੇ ਆਰ ਸਫੀਸ਼ੀਐਂਟਲੀ ਅਪਾਰਟ। ਦੂਸਰਾ C2 ਐਂਡ C3, ਠੀਕ ਹੈ, ਸੌਰੀ C1 ਐਂਡ C4 ਸੀ ਇਹ, C2 ਐਂਡ C3, C5 ਐਂਡ C6 ਕਾਰਬਨਸ ਵਾਲੇ ਜਿਹੜੇ ਹਾਈਡਰੋਜਨਸ ਨੇ ਉਹ ਬੋਟ ਚ ਐਕਲਿਪਸਡ ਹੈ ਤੇ ਇਹਦੇ ਚ ਸਟੈਗਰਡ। ਸੋ ਦੇਖੋ ਜੀ ਦੋ ਰੀਜ਼ਨਸ ਹੈ। C1 C4 ਵਾਲੇ ਹਾਈਡਰੋਜਨਸ ਹੈ ਜਿਹੜੇ ਉਹ ਬੋਟ ਚ ਵੈਨ ਡਰ ਵਾਲਸ ਰੇਡੀਆਈ ਤੋਂ ਪਾਸ ਨੇ, ਜਿਹਦੇ ਕਰਕੇ ਉਹਨਾਂ ਦੇ ਵਿੱਚ ਇਲੈਕਟ੍ਰੋਨਿਕ ਰਿਪਲਸ਼ਨਸ ਹੋਣਗੀਆਂ। ਇੱਥੇ ਉਹ ਕਾਫੀ ਦੂਰ ਹੈ, ਠੀਕ ਹੈ। ਇੱਥੇ ਆਪਾਂ ਇਹ ਰੀਜ਼ਨ ਦੇਵਾਂਗੇ, ਸੈਕੰਡ ਰੀਜ਼ਨ ਆਪਾਂ ਇਹ ਦੇਵਾਂਗੇ ਕਿ C2 C3 C5 C6 ਵਾਲੇ ਹਾਈਡਰੋਜਨਸ ਬੋਟ ਚ ਐਕਲਿਪਸਡ ਹੁੰਦੇ ਨੇ, ਉੱਥੇ ਸਟੈਗਰਡ ਹੁੰਦੇ ਨੇ, ठीक है। सो ए आंसर देना सी। अगर ये आंसर आपने पूरा दिता हुआ है तो यू विल गेट 5 on 5, ठीक है ना। केड़े बच्चे ने सारा कुछ लिखा है? गुड है ना। सरे हैगा कितनी सी किधर दे हैगा कितनी सी लिखा मैं कराया सी करा दे, चलो मैं लेक्चर सुनो फिर पता लग जाएगा कितने सीगा। हां जी सर। सर ਤੁਸੀਂ ਕਹਿੰਦੇ ਵੀ ਟੈਸਟ ਜਿਹੜਾ ਹੈ ਉਹ ਨੋਮਨਕਲੇਚਰ ਆਈਸੋਮੈਰਿਜ਼ਮ ਤੇ ਨੋਟਸ ਦੇ ਪਹਿਲੇ 12 ਪੇਜ ਤੋਂ ਹੋਊਗਾ। हां बिल्कुल। ਬਟ ਜਿਹੜਾ ये आइसोमेरिज्म च है सर बट ਇਹ ਬੁక్స్ ਨੇ ਇਹ ਆਈਸੋਮੈਰਿਜ਼ਮ ਚ ਹੈ, ਬਟ ਇਹ ਆਪ ਉਹ ਨਹੀਂ ਆਈਸੋਮੈਰਿਜ਼ਮ ਚ ਵਿੱਚ ਹੈ ਨਾ। ਇਹ ਆਪਣੇ ਕੋਲ ਦੋ ਟਾਈਪ ਦਾ ਆਈਸੋਮੈਰਿਜ਼ਮ ਹੈ, ਸਟਰਕਚਰਲ ਤੇ ਸਟੀਰੀਓ। ਸਟੀਰੀਓ ਅੱਗੇ ਤਿੰਨ ਟਾਈਪ ਦਾ, ਆਪਟੀਕਲ, ਜਿਓਮੈਟ੍ਰੀਕਲ ਤੇ ਕਨਫਰਮੇਸ਼ਨਲ। ਹਾਂ बुक च नहीं है ਕੀ ਚੀਜ਼ रिवाइज की तो कोई बुक च नहीं है ਕੀ ਚੀਜ਼ ਮੈਂ ਲਿਖਾਇਆ ਤਾਂ ਹੋਇਆ ਯਾਰ, ਆਪਟੀਕਲ ਤੇ ਜਿਓਮੈਟ੍ਰੀਕਲ ਸਾਰਾ। ਕਨਫਰਮੇਸ਼ਨਲ ਦੱਸਿਆ ਹੋਇਆ ਤੁਹਾਨੂੰ ਵੀ ਨੋਟਸ ਕਿੰਨੇ ਪੇਜ ਤੋਂ ਕਰਨਾ। ਡਾਇਗਰਾਮਸ ਨਾਲ ਬਣੀਆਂ ਹੋਈਆਂ, ਇੱਥੇ ਵੀ ਬਣਵਾਈਆਂ ਨੇ, ਪਹਿਲਾਂ ਇਥੇਨ ਦੀ, ਫਿਰ ਪ੍ਰੋਪੇਨ ਦੀ, ਫਿਰ ਬਿਊਟੇਨ ਦੀ। और कित्थों पढ़न ਨੂੰ ਕੀ ਮਤਲਬ ਕਿ ਆਪਾਂ ਛੱਤ ਤੋਂ ਪੜਨਾ। ਜਿਹੜੀ ਚੀਜ਼ ਬੁੱਕ 'ਚ ਜਾਂ ਨੋਟਸ ਨਹੀਂ ਹੋਊਗੀ ਉਹ ਲਿਖਵਾਈ ਜਾਊਗੀ। ਹੁਣ ਆਪਟੀਕਲ ਤੇ ਜਿਓਮੈਟ੍ਰੀਕਲ ਵੀ ਹਲੇ ਆਊਗਾ। ਜਿਓਮੈਟ੍ਰੀਕਲ ਤੁਸੀਂ ਜਿਹੜੇ ਨੋਟਸ ਨੂੰ ਦਿੱਤੇ ਨੇ ਉਹਦੇ ਵਿੱਚ ਕੰਪਲੀਟਲੀ ਮਿਲੂਗਾ, ਬਟ ਮੈਨੂੰ ਪਤਾ ਹੈ ਕਿ ਉਹ ਹੈਫਜ਼ਰਡਲੀ ਪੜਨਾ ਮੁਸ਼ਕਿਲ ਹੈ, ਤਾਂ ਮੈਂ ਸਾਰਾ ਤੁਹਾਨੂੰ ਲਿਖਵਾਤਾ। ਸਿਸ ਟ੍ਰਾਂਸ EZ ਕੰਡੀਸ਼ਨਸ ਕੀ ਨੇ? देयर शुड बी अ डबल बॉन्ड, ਤੇ ਡਬਲ ਬੌਂਡ ਦੇ ਨਾਲ ਅਟੈਚਡ ਵਾਲੇ ਐਟਮਸ ਜਾਂ ਗਰੁੱਪ ਸ਼ੁਡ ਬੀ ਡਿਫਰੈਂਟ। ਜੇ ਚਾਰੋਂ ਡਿਫਰੈਂਟ ਹੈ ਤਾਂ EZ ਨੋਮਨਕਲੇਚਰ। ਐਡੀ ਗੱਡੀ ਮਤਲਬ ਤੋਪ ਚਲਾਣੀ ਹੈ ਆਪਾਂ ਨੇ। ਨਹੀਂ ਇਹਦੇ ਚ ਹੁਣ ਜਿਹੜਾ ਕੁਐਸਚਨ ਚ ਪੁੱਛਿਆ ਹੈ ਵੀ ਉਹ ਤੁਹਾਨੂੰ ਕਰਾਇਆ ਨਹੀਂ ਹੋਇਆ, ਕਰਾਇਆ ਹੋਇਆ ਤੇ ਬਸ ਫਿਰ ਠੀਕ ਹੈ ਨਾ। ਇਹ ਤਾਂ ਤੁਸੀਂ ਕਹਿ ਹੀ ਨਹੀਂ ਨਾ ਸਕਦੇ ਵੀ ਅਸੀਂ ਪੜ੍ਹੀਏ ਕਿੱਥੋਂ। ਪੜ੍ਹੀਏ ਨਹੀਂ ਸਰ, ਕੀਤਾ ਹੀ ਨਹੀਂ ਸੀਗਾ ਇਹ। ਉਹ ਫਿਰ ਤੁਹਾਡੀ ਗਲਤੀ ਹੈ ਜੇ ਨਹੀਂ ਕੀਤਾ ਸੀ। ਸਰ ਬੁੱਕ ਚੋਂ ਆਈਸੋਮੈਰਿਜ਼ਮ ਕਰਕੇ ਯਾਰ ਦੇਖ, ਮੈਂ ਕਿਦੋਂ ਕਿਹਾ ਵੀ ਸਿਰਫ ਬੁੱਕ ਚੋਂ ਕਰਨਾ ਹੈ? मैं तो ये क्या भी आमले नोट्स 12 पेज तक ते नॉमेनक्लेचर पे आइसोमेरिज्म। मैं तो फिर बुक भी नहीं गई, सिर्फ बुक चों कीता। क्वेश्चन नंबर 2, which of them will show geometrical isomerism? ठीक है, 1 chloropropanol, 2 chloropropanol। बस स्टेज स्विच की लिखा है दे, की लिखा है बोर्ड स्टेज बोर्ड चेयर आर एग्जांपल मैं एग्जांपल अब सेकंड नंबर दे दो। एग्जांपल आदर दे पहला फर्स्ट वाला मार्क कर लो, जिन्हें जिस हिसाब ਨਾਲ ਲਿਖਿਆ ਉਹਨੇ ਨੰਬਰ ਦੇ ਦਿਓ। ਜੇ ਰੀਜ਼ਨ ਨਹੀਂ ਲਿਖੇ ਤਾਂ ਹਾਂ ਜੇ ਰੀਜ਼ਨ ਨਹੀਂ ਲਿਖੇ ਤਾਂ ਨੰਬਰ ਫਿਰ ਹਾਂ ਡਾਇਗਰਾਮਸ ਬਣੀਆਂ ਹੋਈਆਂ। ਹਾਂਜੀ ਡਾਇਗਰਾਮ ਬਣਾਇਆ ਹਾਂ ਫਿਰ 3 ਮਾਰक्स। पहले आज रीजन हिंड्रेंस नहीं हिंड्रेंस हिंड्रेंस कुछ नहीं होगा। सर के मार्क्स ਦਾ ਸੀ 5 मार्क्स ਦਾ ਸੀ ਰਹੇ सेकंड फर्स्ट सेकंड तक पहुंचे ही नहीं हले यार।
हो गया? यस सर आ जाओ क्वेश्चन नंबर 2 पे आओ बते which one of them will show geometrical isomerism ठीक है so geometrical isomerism देखो तो पहला ऑप्शन की है 1 क्लोरोप्रोपिनॉल इधर देखो so prop 1 2 3 1 क्लोरो प्रोपिनॉल OH ਦੀ ਪੋਜੀਸ਼ਨ ਨਹੀਂ ਦਿੱਤੀ ਪਹਿਲਾ ਮਤਲਬ ਉਹ ਨੰਬਰ 1 ਤੇ ਹੀ ਹੈ ਠੀਕ ਹੈ ਹੁਣ ਬੌਂਡਸ ਕੰਪਲੀਟ ਕਰ ਲਓ ਇਹ ਡਬਲ ਬੌਂਡ ਇਹ H ਇਹ CH3 ਠੀਕ ਹੈ ਇਹ ਜਿਓਮੈਟ੍ਰਿਕਲ ਆਈਸੋਮਰਿਜ਼ਮ ਸ਼ੋ ਕਰੂਗਾ ਜਾਂ ਨਹੀਂ यस ਇਹ ਕਰੂਗਾ ਬਿਲਕੁਲ ਦੋਨੋਂ ਡਬਲੀ ਬੌਂਡਡ ਕਾਰਬਨਸ ਦੇ ਨਾਲ ਦੇਖੋ ਆ ਦੋ ਡਬਲੀ ਬੌਂਡਡ ਕਾਰਬਨਸ ਹੈ ਇਹਦੇ ਨਾਲ ਇੱਕ Cl ਇੱਕ OH ਇਹਦੇ ਨਾਲ ਇੱਕ H ਇੱਕ ਮਿਥਾਈਲ ਸੋ ਇਹ ਸ਼ੋ ਕਰੂਗਾ अगला 2 क्लोरोप्रोपिनॉल 1 2 3 डबल बॉन्ड OH क्लोरो CH3H ये शो करूंगा कि नहीं यस ये भी करूंगा बिल्कुल दोनों करेंगे ठीक है ना दोनों ਦੇ ਵਿੱਚ ਡਬਲੀ ਬੌਂਡਡ ਕਾਰਬਨਸ ਦੇ ਨਾਲ ਦੋ ਅਲੱਗ-ਅਲੱਗ ਐਟਮਸ ਅਟੈਚਡ ਹੈ ਠੀਕ ਹੈ ਸੋ ਬੋਥ ਵਿਲ ਸ਼ੋ ਜਿਓਮੈਟ੍ਰਿਕਲ ਆਈਸੋਮਰਿਜ਼ਮ सर जे किसी ने लिखा फर्स्ट तो होगी फिर सारा क्रॉस करना के हाफ में देखो जे रीजन भी लिखे सर भी कायरल कार्बन अच्छे ਕਾਇਰਲ ਕਾਰਬਨ ਦਾ ਗੱਲ ਕਰਦਾ ਕਾਇਰਲ ਕਾਰਬਨ ਤਾਂ ਹੈ ਹੀ ਨਹੀਂ ਦੋ ਉਹ ਤਾਂ ਆਪਟੀਕਲ ਚ ਹੁੰਦਾ ਹੈ याद है और जे बात नहीं है कि किससे लाए थे ਜੇ ਕਿਸੇ ਨੇ ਦੋਨਾਂ ਚੋਂ ਇੱਕ ਲਿਖਿਆ ਹੋਇਆ ਤਾਂ ਇੱਕ ਨੰਬਰ ਦੇ ਦਿਓ ਦੋ ਚੋਂ ਠੀਕ ਹੈ सर जे किसी ने कायरल कार्बन लिखा ਉਹਦਾ ਅੱਧਾ ਨੰਬਰ ਦਿਓ ਅੱਧਾ ਰੱਖ ਲਓ ਸੋ ਅੱਧਾ ਨੰਬਰ ਹੀ ਦੇਣਾ ਦੋ ਚੋਂ ਕੋਈ ਰੀਜ਼ਨ ਹੀ ਗਲਤ ਹੈ ਰੀਜ਼ਨ ਤੁਹਾਨੂੰ ਪੁੱਛਿਆ ਹੀ ਨਹੀਂ ਸੀਗਾ ਫਿਰ ਰੀਜ਼ਨ ਦੇ ਕਿਉਂ ਰਹੇ ਹੋ ਜਿੰਨੀ ਸ਼ਾਰੀ ਮਾਰੋਗੇ ਉਹਨੇ ਮਰੋਗੇ ਆ ਜਾਓ ਨਾ ਜੀ सर पढ़ के उसके दम कम कर ਥਰਡ ਕੁਐਸਚਨ ਕੀ ਹੋ ਗਿਆ ਅਨਮੋਲ ਕਿਹਦਾ ਸੈਕੰਡ ਕੁਐਸਚਨ ਆ ਜਾਓ ਜੀ क्वेश्चन नंबर 3 give the metamer of ethoxy ethane so देखो ना ਆਪਾਂ ਨੇ मेटामर्स बनाने हैं so this is ethoxy ethane done ਇਹਦਾ मेटाmer ਕੀ ਹੋਊਗਾ ਕਿਸੇ ਵੀ ਇੱਕ ਸਾਈਡ ਤੇ 3 ਕਰ ਦੋ ਦੂਸਰੀ ਸਾਈਡ ਤੇ 1 ਕਰ ਦੋ done सर कोरिलेशंस है ਜਿਹਨੇ ਮਰਜ਼ੀ ਬਣਾ ਲਓ ਆਪਾਂ ਤਾਂ ਇੱਕੋ ਹੀ ਬਣਾਉਣਾ ਅਗਰ ਅੱਗੇ ਉਹ ਇਹਦਾ ਆਈਸੋਮਰ ਹੋ ਜਾਊਗਾ जे अब हम मेथॉक्सी की जगह पे अल्कोक्सी लिख दिया गलत है ਜੇ ਸਟਰਕਚਰ ਬਣਿਆ ਹੋਇਆ ਤਾਂ ਠੀਕ ਹੈ ਵੈਸੇ ਠੀਕ ਹੈ ਨਾ ਕੋਈ ਗੱਲ ਨਹੀਂ ਆਪਾਂ ਜ਼ਿਆਦਾ ਸਟ੍ਰਿਕਟ ਚੈਕਿੰਗ ਨਹੀਂ ਕਰਾਂਗੇ ਠੀਕ ਹੈ ਨਾ ਹਾਂਜੀ ਅਰੇ सर ਹਾਂਜੀ सर वो ऊपर वाला बना हुआ स्ट्रक्चर सही है ਇਹ ਤਾਂ ਉਹਦੇ ਕੁਐਸਚਨ ਹੈ ਨਹੀਂ ਫਿਰ ਕੋਈ ਮਾਰਕਸ ਨਹੀਂ ਹਾਂਜੀ ਨੈਕਸਟ ਇਜ਼ ਐਂਡ ਆ ਕੀ ਦਿਮਾਗ ਸੈਕਟਰ ਹੈ ਰਾਵਲ मतलब all these show psychological disturbances मैं तेरे नहीं लगता कि मुझे पढ़ाना आया करी जावा मैं एक ना ਹੁੰਦਾ ਕਿ ਜਦੋਂ ਬੱਚੇ ਨਾ ਮਤਲਬ ਆਏ ਕਰ ਲੈ ਮੈਨੂੰ ਪਤਾ ਹੈ ਕਿ ਨੂੰ ਹਾਲਤ ਹੁੰਦੀ ਹੈ ਜਿਵੇਂ ਪੈਨ ਖੋਲ ਲਿਆ ਫਿਰ ਐਂ ਕਰਕੇ ਬੰਦ ਕਰ ਲਿਆ ਜਿਵੇਂ ਕਿਸੇ ਨੇ ਸੈੱਲ ਦੇ ਕੇ ਛੱਡਿਆ ਹੁੰਦਾ ਆ ਜਾਓ नेक्स्ट इज एंड मिथाइल प्रोपैनमीन सो देखो रे आ एंड मिथाइल प्रोपैनमीन बन गई सेकेंडरी मीन सो इसका तुसी उल्टा कर देना है ऐसे लगा लो बस हो गया ठीक है मेटामर बन गए ठीक है जे किसी ने दोनों सही कीते ने तो उन्होंने 2 मार्क्स दे दो ठीक है हैं यार देखिए ओए हो गया हाँ चल दे दो बोलो की कह रहे हो दे देना वैसे ये ठीक है क्योंकि बस स्ट्रक्चर बनाना सीधा ठीक है सही है 2 एक एक है
हाँ जी बने give the tautomer of vinyl alcohol so no tautomerism ਦੀ ਇਕਲੌਤੀ एग्जांपल कराई है, फिर तो वो भी नहीं होगी। So this is vinyl alcohol, ठीक है। vinyl वर्ड कदों यूज करते हैं ਜਦੋਂ डबली बॉन्डेड कार्बन ਦੇ ਉੱਪਰ फंक्शनल ग्रुप ਹੋਵੇ। सो बस ਇਹਦਾ H ਇੱਥੇ ਲੈ ਕੇ ਆਣਾ ਹੈ, ਡਬਲ ਬੌਂਡ ਇੱਥੇ ਆਪਣੇ ਕੋਲ ਬਣ ਗਿਆ CH3 CH डबल बॉन्ड O एसिटाल्डिहाइड। So this is the tautomer of vinyl alcohol। ਜੇ ਕਿਸੇ ਨੇ ਆ स्ट्रक्चर बनाया ਹੋਇਆ है ਤਾਂ ਸਹੀ है, अदरवाइज काटा मार दो। वैसे हमें ਤੇ ਜੋ ਵੀ ਲਿਖਿਆ ਹੋਇਆ नेम सर नहीं give the tautomer लिखना। ਜੇ ਕਿਸੇ ਨੇ एसिटाल्डिहाइड भी लिखता ਤਾਂ एक नंबर का क्वेश्चन है, हाफ दे दो। सर CH मतलब 40 पॉइंट मैं दिखाओ ठीक है बेटा, इथेनॉल नाम भी लिखा हुआ है नीचे, किसकी कॉपी है ये? सर नाम लिखिए। ये छोटी है। इथेनॉल भी लिखा हुआ है, इथेनॉल लिखा है किसी ने, एसिटाल्डिहाइड लिखा है तो आधा नंबर दे दो, ते जे स्ट्रक्चर भी बनाया तो पूरा नंबर दे दो, जे कल्ला स्ट्रक्चर बनाया तो भी पूरा नंबर दे दो। सिर्फ पहली डायग्राम बनाई है सिर्फ पहले नेम दस दिन आहा वाली हाँ जी। नहीं क्वेश्चन ही लिखना था फिर पूरा। मैं नहीं हाँ रवनीत मेघा नाम। चलो जो भी है, ਇਹਦੇ कोई नंबर नहीं। आ जाओ वाले रवनीत का एब्सेंट सी दे दो उसने। पता नहीं कौन है। ये साहित्य की कॉपी होगी क्योंकि वही कलर रह गया। चलो आओ भाई नेक्स्ट, गिव द IUPAC नेम ऑफ। नंबर 1 इज टॉलुइन। इधर देखो भाई, सो बेंजीन के ऊपर किसी भी पोजीशन पे CH3 लग गया तो दिस इज टॉलुइन, ठीक है। ਇਹਦਾ IUPAC नेम बच्चा ने लिखना सी मिथाइल बेंजीन। जिन्हें मिथाइल बेंजीन लिखा है वो ठीक है। हाँ वैसे वन की लोड़ नहीं सी, बट चलो कोई गल नहीं। मिथाइल बेंजीन ये भी गलत है। L ਤੇ B ਦੇ ਵਿਚਕਾਰ ਕੋਈ ਗੈਪ ਨਹੀਂ ਹੋਣਾ ਚਾਹੀਦਾ। 15 ਵਾਰੀ ਦੱਸਦੀ ਇਹ ਗੱਲ ਤੁਹਾਨੂੰ, ਡੈਸ਼ ਨਾਲ ਵੀ ਨਹੀਂ ਲਿਖਦੇ ਹੁੰਦੇ ਨਾਲ। ਜੇ ਮੇਰੀ ਗੱਲ ਸੁਣੋ ਰਦੇ, ਜੇ ਕਿਸੇ ਟੀਚਰ ਨੇ ਚੈਕਿੰਗ ਸਟ੍ਰਿਕਟ ਕਰਨੀ ਹੋਵੇ ਨਾ ਤਾਂ ਇਹ ਵੀ ਗਲਤ ਹੁੰਦਾ ਹੈ ਆਰਗੈਨਿਕ ਦੇ ਵਿੱਚ ਕਿ ਕਈ ਵਾਰੀ ਬੱਚਾ ਕੋਲ ਲਾਈਨ ਖਤਮ ਹੋ ਗਈ ਐਂਡ ਤੇ, ਹਨਾ, ਤਾਂ ਜਿਵੇਂ ਮਿਥਾਈਲ ਇੱਧਰ ਰਹਿ ਗਿਆ ਫਿਰ ਡੈਸ਼ ਪਾ ਕੇ ਬੈਂਜ਼ੀਨ ਅਗਲੀ ਲਾਈਨ 'ਚ ਲਿਖਤਾ, ਇਹ ਵੀ ਗਲਤ ਹੈ। ਮਿਥਾਈਲ ਬੈਂਜ਼ੀਨ ਸ਼ੁੱਡ ਬੀ ਨਾਨ ਸਟਾਪ। जिन्नी देर तक विचाले न्यूमरल नहीं आता, नंबर नहीं आता, उन्नी देर तक आपका गैप नहीं देना होता, ठीक है। एंड नंबर ते अल्फाबेट दे विच देयर इज ऑलवेज अ डैश, ठीक है ना। जिवें आप लिखते हैं देखो फॉर एग्जांपल 1 मिथाइल 2, चलो एम तो बाद आऊगा 2 नाइट्रो, फिर अगर बेंजीन होवे तो एम नाल ही आऊगा, ठीक है ना। जिन्नी देर तक नंबर नहीं आऊगा उन्नी देर तक गैप नहीं देना आपको। नेक्स्ट विनाइल क्लोराइड, ठीक है। सो देखो ये विनाइल क्लोराइड होता है CH2 डबल बॉन्ड CH एंड Cl, क्लियर। सो इसका नेम की बनूंगा भाई क्लोरोइथीन, डन। सो क्लोरोइथीन इज योर आंसर। जिन्हें क्लोरोइथीन लिखे उन्हें 2 मार्क्स दे दो। खुद भी कहो भी सर नंबर ज्यादा नहीं मिल रहे, ओवरवेटेज नहीं है, सिर्फ ही क्लोरोइथीन लिखने के 2 नंबर मिल जाते हैं सानू। हाँ जी अरे नेक्स्ट इज एलाइल क्लोराइड। एलाइल वर्ड यूज होता है ਜਦੋਂ डबल बॉन्डेड कार्बन ਦੇ ਨਾਲ ਵਾਲੇ कार्बन ਤੇ ਕੁਝ ਲੱਗਿਆ ਹੋਵੇ। सो दिस इज एलाइल क्लोराइड। हाँ जी किसी ने लिखा है स्ट्रक्चर सही? ओ गुड यार, थैंक यू सर। वेरी गुड, एक्सीलेंट तक यही है। चलो एनीवेज हां गुड। इसका IUPAC नेम सही से की बनूंगा 3 क्लोरो प्रोप 1ene, ठीक है। सर नाम गलत लिखा है बस। 1 प्रोपीन भी ठीक है। नाम गलत हो गया सर। नहीं कोई नेम नहीं, कोई नंबर नहीं, कलर स्ट्रक्चर का कोई नंबर नहीं। सर ऐसा करो 3 क्लोरो, जे किसी ने 3 क्लोरो प्रोपीन 3 क्लोरो प्रोप 1ene 3 क्लोरो 1 प्रोपीन कुछ भी लिखा है नंबर दे दो तो
3 क्लोरो इथीन के लिए लिखा है हाँ ही सर जसप्रीत ने लिखा है जसप्रीत ने जसप्रीत ने भी एक शुभम 3 क्लोरो इथीन गलत का है नंबर होगा नंबर क्वेश्चन वो चलो बाद दिखाएंगे गलत कर दो 3 क्लोरो इथीन आ चलो जी अगले नेक्स्ट इज एनिलीन एनिलीन च बेंजीन के ऊपर NH2 है सर नीचे है हां इक्को गल है जिथे मर्जी लगा 6 ਦੀਆਂ 6 पोजीशंस किते भी सो ਇਹਦਾ नेम ਆਊਗਾ या तो दोनों नेम्स करेक्ट है या अमीनो बेंजीन या बेंजीन अमीन अमीन बेंजीन की राइट वन अमीन बेंजीन नहीं गलत सर फिनाइल अमीन नहीं अमीन फिनाइल अमीन कॉमन नेम है ना वो स्ट्रक्चर पूछे पता शब्द है वन सॉरी या तो अमीनो बेंजीन या बेंजीन अमीन जे दोनों ਵਿੱਚੋਂ कोई भी एक नेम 100% करेक्टली लिखा होया तो नंबर देने हैं नहीं कोई नंबर नहीं ਇਹਦਾ सिर्फ फिनाइल अमीन का क्या गलत है बिल्कुल जो कॉमन नेम है फिनाइल का वर्ड ही कॉमन है तो जब अपन देखो जब अपन नेम्स लिख रहे हैं अल्कोहल जे आईयूपीएसी नेम इथेनॉल है तो कॉमन नेम की बनया इथाइल अल्कोहल मेरी गल समझ गए ना तो आप इथाइल अल्कोहल जे नाम लिख देंगे तो ਉਹਦੇ ਨਾਲ ਨੰਬਰ ਥੋੜੀ ਮਿਲਣਗੇ ਐਦਾਂ ਹੀ ਇਹਦਾ ਕਾਮਨ ਨੇਮ ਹੈ ਫਿਨਾइल अमीनो सो द क्वेश्चन 101% wrong next is एसिटोफिनोन सो देखो जी बेंजीन ਦੇ ਉੱਪਰ ਕਿਤੇ ਵੀ अगर लगे C डबल बॉन्ड O CH3 तो दिस इज एसिटोफिनोन ठीक है सो इसका नेम क्या होगा रे वन फिनाइल इथेन वन ओन की इन्हें लिखा वन फिनाइल इथेन वन ओन करेक्ट की कॉपी है सारे सर ये तो पूछा है कि लिखा है कोई बात कोई शांत ना है कोई बात आही है नहीं सो नेम इज वन फिनाइल इथेनॉल ठीक है वन फिनाइल इथेनॉल लिख दो चाहे वन फिनाइल इथेन वन ओन लिख दो इथे वन भी पा सकते हो बचा ले ठीक है सो किसी ने भी चाहे वन फिनाइल इथेनॉल लिखे है चाहे वन फिनाइल इथेन वन ओन लिखे है नहीं ये कॉमन ਆਪਾਂ ਇਹਦੇ ਲਈ ਦੇਖੋ ਯਾਰ ਦਿਮਾਗ ਨਹੀਂ ਲਾਉਂਦੇ ਇੱਕ ਤਾਂ ਆ ਤਾਂ ਫਿਰ ਟੋਲੂਇਨ ਵੀ ਆਈਯੂਪੀਐਸਸੀ ਹੈ एनिलीन भी आईयूपीएससी है ये आप आईयूपीएससी नहीं है जे ਉੱਥੇ ਤੁਹਾਨੂੰ ਕੁਐਸਚਨ ਆਊਗਾ ਨਾ ਕਿ ਇਹਦਾ ਆਈयूपीएससी ਨੇਮ ਲਿਖੋ ਫਿਰ ਤੁਸੀਂ ਉੱਥੇ ਜੇ ਐਸੀਟੋਫਿਨੋਨ ਲਿਖ ਦੋਗੇ ਉਹਦੇ 0 ਨੰਬਰ ਮਿਲੂਗਾ ਇਹਦਾ ਆਈयूपीएससी ਨੇਮ ਇਹੀ ਆਊਗਾ ਜੇ ਤੁਹਾਨੂੰ ਕੁਐਸਚਨ ਆਉਂਦਾ ਹੈ ਇੱਥੇ ਸੀਐਲ ਲੱਗਿਆ ਹੁਣ ਤੁਸੀਂ ਇਹ ਸਾਰੇ ਨੂੰ ਐਜ਼ ਆਈयूपीएससी ਕੰਸੀਡਰ ਕਰ ਸਕਦੇ ਹੋ ਤਾਂ ਨਾਮ ਆਊਗਾ 1 2 3 3 क्लोरो एसिटोफिनोन पल्ले वही कर दी नहीं कह रहे यार 15 ਵਾਰੀ ਖਰੇ ਤੀਜੇ ਟੈਸਟ ਸਾਨੂੰ ਆਏ ਦੱਸਣਾ ਪੈ ਰਿਹਾ ਕਿ ਕਿੱਥੇ ਕੀ ਯੂਜ਼ ਕਰ ਲੱਗੇ ਆਪਾਂ this is not aniline ਇਹਦਾ ਨੇਮ ਹੈ ਅਮੀਨੋ ਬੈਂਜ਼ੀਨ ਬੈਂਜ਼ੀਨ ਅਮੀਨ ਜੇ ਤੁਹਾਨੂੰ ਐਗਜ਼ਾਮ ਕੁਐਸਚਨ ਆਉਂਦਾ ਹੈ ਇਹਦਾ ਕਾਮਨ ਨੇਮ ਕੀ ਹੈ ਫਿਰ aniline ਹੈ ਬਟ ਜਦੋਂ ਇਸ ਦਾ ਕੋਈ ਡੈਰੀਵੇਟਿਵ ਬਣ ਜਾਊਗਾ ਫੋਰ ਐਗਜ਼ਾਮਪਲ ਇੱਥੇ ਮਿਥਾਈਲ ਲੱਗ ਗਿਆ ਹੁਣ ਤੁਸੀਂ ਇਹਨੂੰ ਲਿਖ ਸਕਦੇ ਹੋ 1 2 3 ਕੀ ਬਣਿਆ 3 ਮਿਥਾਈਲ aniline जे 101% करेक्ट आईयूपीएससी नेम लिखना है तो ਇਹਦਾ ਕੀ ਬਣੂਗਾ 1 अमीनो 3 मिथाइल बेंजीन जेड़ा एक्चुअल नेम है बट वी कैन यूज इट एज अ डेरिवेटिव उल्टा भी लिख सकते हो 1 2 3 3 अमीनो टोलुइन चले भाई ਹੁੰਦਾ ਹੁਣ ਇਹਦਾ फिर थोड़े पाने भी ਇਹਦਾ ਕਾਮਨ ਆਈਯੂਪੀਐਸਸੀ ਨੇਮ ਫਿਨੋਲ ਬਣ ਗਿਆ ਨਹੀਂ ਦਿਸ ਇਜ਼ ਦ ਕਾਮਨ ਨੇਮ ਫਿਨੋਲ ਬਟ ਆਪਾਂ ਉਸ ਨੂੰ ਐਜ਼ ਐਨ ਆਈਯੂਪੀਐਸਸੀ ਨੇਮ ਯੂਜ਼ ਕਰਦੇ ਹਾਂ करेक्ट 101% करेक्ट आईयूपीएससी नेम ਕੀ ਹੈ ਬੈਂਜ਼ੀਨੋਲ ਤੁਸੀਂ ਦਿਮਾਗ ਲਾਓ ਆਪਦਾ ਵੀ ਆਈयूपीएससी ਦੇ ਰੂਲਸ ਕੀ ਕਹਿੰਦੇ ਨੇ ਇਹਦਾ ਨੇਮ ਕੀ ਬਣਿਆ ਇੱਕ ਕਾਰਬਨ ਵਾਲਾ ਐਲਕੇਨ ਮੀਥੇਨ ਮੀਥੇਨ ਦੇ ਪਿੱਛੇ ਓਲ ਮੀਥੇਨੋਲ ਤਾਂ ਇਹ ਕਿਹੜੀ ਰਿੰਗ ਹੈ ਬੈਂਜ਼ੀਨ ਬੈਂਜ਼ੀਨ ਦੇ ਪਿੱਛੇ ਓਲ ਬੈਂਜ਼ੀਨੋਲ
ਬਟ ਆਪਾਂ ਕਾਮਨ ਨੇਮਸ ਨੂੰ ਐਜ਼ IUPAC ਨੇਮਸ ਯੂਜ਼ ਕਰਦੇ ਹਾਂ ਜਦੋਂ ਉਹ ਡੈਰੀਵੇਟਿਵ ਬਣ ਜਾਂਦਾ ਉਸ ਦਾ। ਹੁਣ ਨਾਓ ਦਿਸ ਇਜ਼ ਅ ਡੈਰੀਵੇਟਿਵ ਆਫ ਫਿਨੋਲ 1 2 3 3 ਕਲੋਰੋਫਿਨੋਲ ਡਨ। ਅਗਰ ਬੈਂਜ਼ੀਨ ਦੇ ਉੱਪਰ COOH ਲੱਗਿਆ ਹੈ ਤਾਂ ਇਸ ਦਾ IUPAC ਨੇਮ ਬਣਿਆ ਫਿਨਾਈਲ ਮੀਥੇਨੋਇਕ ਐਸਿਡ। ਇਹ IUPAC ਨੇਮ ਹੈ ਬਟ ਆਪਾਂ ਇਸ ਨੂੰ ਐਜ਼ ਅ ਡੈਰੀਵੇਟਿਵ ਯੂਜ਼ ਕਰਦੇ ਹਾਂ ਬੈਂਜ਼ੋਇਕ ਐਸਿਡ। ਮੈਨੂੰ ਆਏ ਦੱਸੋ ਫਿਰ ਬੈਂਜ਼ੋਇਕ ਐਸਿਡ IUPAC ਕਿਹੜੇ ਰੂਲ ਨਾਲ ਬਣਿਆ? ਕਿਹੜਾ ਰੂਲ ਕਹਿੰਦਾ ਹੈ ਕਿ ਬੈਂਜ਼ੋਇਕ ਐਸਿਡ ਨਾਮ ਬਣਿਆ? ਫਿਰ ਤਾਂ ਉਸ ਹਿਸਾਬ ਨਾਲ ਤਾਂ ਨਾਮ ਬਣਨਾ ਚਾਹੀਦਾ ਬੈਂਜ਼ੀਨੋਇਕ ਐਸਿਡ, ਬੈਂਜ਼ੀਨੋਇਕ ਐਸਿਡ। ਬੈਂਜ਼ੋਇਕ ਐਸਿਡ ਦਾ ਕਿਸੇ ਐਂਗਲ ਨਾਲ ਬਣਦਾ ਕਿ ਰੂਲਸ ਦੇ ਅਕੋਰਡਿੰਗ। ਤਾਂ ਉਹ ਆਪਾਂ ਨੇ ਇਸ ਨੂੰ ਕਾਮਨਲੀ ਬੋਲਦੇ ਆ ਬੈਂਜ਼ੋਇਕ ਐਸਿਡ। ਰੂਲਸ ਕੀ ਕਹਿੰਦੇ ਨੇ ਆਪਣੇ? ਦੇਖੋ ਰੂਲਸ ਇਹ ਕਹਿੰਦੇ ਆ ਅਗਰ ਮੇਰੇ ਕੋਲ ਦੋ ਕਾਰਬਨਸ ਦੀ ਚੇਨ ਹੈ, ਇਹਦੇ ਨਾਲ ਇੱਕ ਬੈਂਜ਼ੀਨ ਮੈਂ ਲਗਾਤੀ ਤੇ ਫੰਕਸ਼ਨਲ ਗਰੁੱਪ ਇੱਥੇ ਲਗਾਤਾ। ਹੁਣ ਮੈਨੂੰ ਆਏ ਦੱਸੋ ਕਿ ਮੈਂ ਬੈਂਜ਼ੀਨ ਰਿੰਗ ਨੂੰ ਮੇਨ ਚੇਨ ਮੰਨੂਗਾ ਕਿ ਆ ਦੋ ਕਾਰਬਨਸ ਨੂੰ ਮੇਨ ਚੇਨ ਮੰਨੂਗਾ? ਬੈਂਜ਼ੀਨ। ਕਿਉਂ? ਇਹ ਜਿਹਾ ਖਾਸ ਕਾਰਨ ਉਹਦੇ ਨਾਲ ਫੰਕਸ਼ਨਲ ਗਰੁੱਪ ਲੱਗਿਆ, ਸੋ ਇਹਦਾ ਨੇਮ ਹੋਊਗਾ 3-ethyl benzoic acid। ਇੱਕ ਮੈਂ ਦਾ ਆਈਸੋਮਰ ਬਣਾਤਾ ਜਿਹਦੇ ਵਿੱਚ ਮੈਂ ਫੰਕਸ਼ਨਲ ਗਰੁੱਪ ਉੱਪਰ ਲਗਾਤਾ। ਹੁਣ ਵੀ ਇਹਦੇ 6 ਕਾਰਬਨਸ ਹੈ। ਹੁਣ ਮੈਂ ਮੇਨ ਚੇਨ ਕਿਹਨੂੰ ਮੰਨੂਗਾ? ਕਾਰਬਨ ਚੇਨ ਨੂੰ। ਤਾਂ ਕਾਰਬਨ ਚੇਨ ਦਾ ਨਾਮ ਕੀ ਹੋਊਗਾ? ਹਾਂਜੀ ਹੁਣ ਨੇਮ ਕੀ ਬਣੂਗਾ ਇਸ ਕੰਪਾਊਂਡ ਦਾ? 3-phenyl ਪ੍ਰੋਪੇਨੋਇਕ ਐਸਿਡ। 3-phenyl ਪ੍ਰੋਪੇਨੋਇਕ ਐਸਿਡ। ਆਪਾਂ ਕਹਿ ਰਹੇ ਹਾਂ ਕਿ ਜੇ ਇਹ ਰਿੰਗ ਨਾ ਹੁੰਦੀ ਇਹਦਾ ਨਾਮ ਹੁੰਦਾ ਪ੍ਰੋਪੇਨੋਇਕ ਐਸਿਡ। ਹੁਣ ਮੈਂ ਇਸ ਦੇ ਉੱਤੇ ਬੈਂਜ਼ੀਨ ਰਿੰਗ ਲਗਾਤੀ ਤਾਂ ਤੀਜੇ ਕਾਰਬਨ ਤੇ ਫਿਨਾਈਲ ਪ੍ਰੋਪੇਨੋਇਕ ਐਸਿਡ, ਤਾਂ ਫਿਰ ਸੇਮ ਚੀਜ਼ ਇਹ ਹੈ। ਜੇ ਇਹ ਰਿੰਗ ਨਾ ਹੁੰਦੀ ਇਹਦਾ ਨਾਮ ਕੀ ਹੁੰਦਾ? ਮੀਥੇਨੋਇਕ ਐਸਿਡ। ਮੈਂ ਇਹਦਾ ਐਚ ਹਟਾ ਕੇ ਰਿੰਗ ਲਗਾਤੀ ਫਿਨਾਈਲ ਮੀਥੇਨੋਇਕ ਐਸਿਡ। ਪੱਲੇ ਪਈ ਗੱਲ? ਐਦਾਂ ਕਰਦੇ ਹਾਂ। ਹੁਣ ਬੋਲੋ ਹੋਰ ਕੋਈ ਡਾਊਟ? ਹੁਣ ਕਾਪੀਜ਼ ਬਣਨੇ। ਹਾਂਜੀ ਤਾਂ ਦੇਖ ਹੁਣ ਮੇਰੀ ਗੱਲ ਸੁਣੋ। ਹੁਣ ਆਪਾਂ ਜਿਹੜਾ ਇਹ ਆਰਗੈਨਿਕ ਵਾਲਾ ਪਾਰਟ ਹੈ ਵਿਲ ਕੰਟੀਨਿਊ ਔਨ ਮੰਡੇ ਟਿਊਜ਼ਡੇ ਐਂਡ ਵੈਡਨਸਡੇ। ਠੀਕ ਹੈ, ਕਿਉਂਕਿ ਹੁਣੇ ਆਪਣੀ ਲਗਭਗ ਕੰਪਲੀਟ ਹੋ ਚੁੱਕੀ ਹੈ, ਬਸ ਸਿਰਫ ਰਿਐਕਸ਼ਨਸ ਰਹਿੰਦੀਆਂ ਨੇ। ਉਹ ਰਿਐਕਸ਼ਨਸ ਆਪਾਂ ਹੌਲੀ ਹੌਲੀ ਕਰਦੇ ਰਵਾਂਗੇ ਬਟ ਹੁਣ ਆਪਣਾ ਮੇਨ ਫੋਕਸ ਸ਼ੁੱਡ ਬੀ ਔਨ ਰਿਵੀਜ਼ਨ। ਕਿਉਂਕਿ ਰਿਐਕਸ਼ਨਸ ਜੇ ਮੈਂ ਤੁਹਾਨੂੰ ਐਂ ਕਰਵਾਉਣ ਲੱਗ ਗਿਆ ਇੱਕੋ ਲੈਕਚਰ 'ਚ ਮੁੱਢੋਂ, ਉਹ ਯਾਦ ਵੀ ਨਹੀਂ ਹੋਣੀਆਂ। ਉਹ ਆਪਾਂ ਇਦਾਂ ਹੀ ਕਰਾਂਗੇ ਕਿ ਮੰਡੇ ਟਿਊਜ਼ਡੇ ਨੂੰ ਰਿਐਕਸ਼ਨਸ ਕਵਰ ਕਰ ਲਿਆ। ਮੇਰੀ ਗੱਲ ਸਮਝ ਗਏ ਨਾ? ਮੰਡੇ ਟਿਊਜ਼ਡੇ ਨੂੰ ਰਿਐਕਸ਼ਨਸ ਕਵਰ ਕਰ ਲਿਆ, ਬੁੱਧਵਾਰ ਨੂੰ ਉਹਨਾਂ ਦਾ ਟੈਸਟ ਹੋ ਗਿਆ। ਠੀਕ ਹੈ, ਹੁਣ ਆਪਾਂ ਕੱਲ ਤੇ ਪਰਸੋਂ 2 ਦਿਨ NCERT ਕੁਐਸਚਨਸ ਇੱਥੇ ਡਿਸਕਸ ਕਰਾਂਗੇ ਪੀਰੀਓਡਿਕ ਟੇਬਲ ਦੇ। ਦੇਖੋ ਚੈਪਟਰ ਤੁਸੀਂ ਖੁਦ ਪੜ੍ਹਨੇ ਹੋਣਗੇ। ਜਿਹੜੇ ਬਹੁਤ ਜ਼ਿਆਦਾ ਔਖੇ ਚੈਪਟਰਸ ਹੈ ਜਾਂ ਲੈਂਥੀ ਚੈਪਟਰਸ ਹੈ ਉਹ ਆਪਾਂ ਇੱਥੇ ਰਿਵਾਈਜ਼ ਵੀ ਕਰਾਂਗੇ। ਠੀਕ ਹੈ, ਜਿਵੇਂ ਕਿ ਇਕੁਇਲਿਬ੍ਰੀਅਮ ਹੋ ਗਿਆ, ਬੌਂਡਿੰਗ ਹੋ ਗਿਆ। ਠੀਕ ਹੈ, ਇਦਾਂ ਦੇ। ਤੇ ਦੇਖੋ NCERT ਕੁਐਸਚਨਸ ਆਪਾਂ ਇੱਥੇ ਡਿਸਕਸ ਕਰਾਂਗੇ ਟੁਮਾਰੋ ਐਂਡ ਡੇ ਆਫਟਰ। ਤੇ ਸੈਟਰਡੇ ਨੂੰ ਤੁਹਾਡਾ ਪੀਰੀਓਡਿਕ ਟੇਬਲ ਦਾ ਟੈਸਟ ਹੋਊਗਾ ਪੀਰੀਓਡਿਕ ਟੇਬਲ ਦਾ ਟੈਸਟ ਹੋਊਗਾ। ਠੀਕ ਹੈ, ਹਾਂ ਬੋਲੋ ਰਜੀ। ਨਹੀਂ ਬੋਲਦੇ? ਠੀਕ ਹੈ, ਠੀਕ ਹੈ ਰਜੀ, ਡਨ।